ਰਿਵੀਜ਼ਨ ਦੇ ਵਿੱਚ ਆਪਾਂ ਕੀ USA ਦਾ ਕਨਸਟੀਟਿਊਸ਼ਨ ਕੀਤਾ ਸੀ। ਰਿਵੀਜ਼ਨ ਦੇ ਵਿੱਚ ਦੇਖੋ ਹੁਣ ਅੱਜ ਆਪਾਂ ਕੀ ਕਰਦੇ ਆਂ। ਟੌਪਿਕ ਸੀ ਆਪਣੇ ਕੋਲੇ ਕਨਸਟੀਟਿਊਸ਼ਨ ਆਫ ਯੂਨਾਈਟਿਡ ਸਟੇਟਸ ਫੈਡਰਲ ਸਿਸਟਮ ਡਿਵੀਜ਼ਨ ਆਫ ਪਾਵਰਸ ਐਂਡ ਸੈਪਰੇਸ਼ਨ ਆਫ ਪਾਵਰਸ। ਅਮਰੀਕਾ ਦਾ ਸੰਵਿਧਾਨ ਸੰਘੀ ਪ੍ਰਣਾਲੀ ਸ਼ਕਤੀਆਂ ਦੀ ਵੰਡ ਅਤੇ ਸ਼ਕਤੀਆਂ ਦਾ ਵਖਰੇਵਾ। ਅੱਜ ਇਹਦੀ ਰਿਵੀਜ਼ਨ ਹੈ। ਸਕਰੀਨ ਦੀ ਤਰਫ ਹੀ ਸਿੱਧਾ ਆਪਾਂ ਵੱਧਦੇ ਆ। ਕਹਿੰਦਾ ਅਮਰੀਕਾ ਦਾ ਸੰਵਿਧਾਨ ਲਿਖਤੀ ਸੰਵਿਧਾਨ ਹੈ, ਕਾਫੀ ਕਠੋਰ ਸੰਵਿਧਾਨ ਹੈ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਵਿਵਸਥਾ ਹੈ। ਅਮਰੀਕਾ ਰਾਜਾਂ ਦਾ ਸੰਘ ਹੈ, ਉੱਥੇ ਹੀ ਸੰਘੀ ਰਾਜ ਵਿਵਸਥਾ ਹੈ। ਵਿਸ਼ਿਆਂ ਦੀ ਵੰਡ ਰਾਜਾਂ ਅਤੇ ਕੇਂਦਰ ਦੇ ਵਿੱਚ ਕੀਤੀ ਹੋਈ ਹੈ। ਕਹਿੰਦਾ ਵਿਸ਼ਿਆਂ ਦੀ ਵੰਡ ਹੈ ਜਿਹੜੀ ਰਾਜਾਂ ਅਤੇ ਕੇਂਦਰ ਦੇ ਵਿੱਚ ਕੀਤੀ ਗਈ ਹੈ। ਅਮਰੀਕਾ ਦੇ ਵਿੱਚ ਕਾਰਜਕਾਰੀ, ਵਿਧਾਨਕਾਰੀ ਅਤੇ ਨਿਆਂਕਾਰੀ ਸ਼ਕਤੀਆਂ ਦੀ ਸਪਸ਼ਟ ਵੰਡ ਕੀਤੀ ਗਈ ਹੈ। ਅਮਰੀਕਾ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਲਿਖਿਤ ਸੰਵਿਧਾਨ ਹੈ। ਰਿਟਨ ਕਨਸਟੀਟਿਊਸ਼ਨ ਹੈ। 4 ਜੁਲਾਈ 1776 ਦੀ ਸੁਤੰਤਰਤਾ ਦੀ ਘੋਸ਼ਣਾ ਪਹਿਲਾ ਰਸਮੀ ਰਾਜ ਪੱਤਰ ਸੀ। संविधान का खरड़ा 17 सितंबर। कोई बात नहीं, फिर क्या हो गया बेअंत जी, अकेले हो तो मैं हूं आपके साथ। संविधान का खरड़ा 17 सितंबर 1787 ਨੂੰ ਫਿਲਾਡੈਲਫੀਆ ਸੰਮੇਲਨ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਨੂੰ 1788 ਦੇ ਵਿੱਚ ਕਨਫੈਡਰੇਸ਼ਨ ਦੀ ਕਾਂਗਰਸ ਦੇ ਦੁਆਰਾ ਅਪਣਾਇਆ ਗਿਆ ਸੀ ਤੇ ਅੰਤ ਵਿੱਚ 4 ਮਾਰਚ 1789 ਨੂੰ ਲਾਗੂ ਕੀਤਾ ਗਿਆ। ਕਹਿੰਦਾ 4 ਜੁਲਾਈ 1776 ਦੀ ਸੁਤੰਤਰਤਾ ਦੀ ਘੋਸ਼ਣਾ ਪਹਿਲਾ ਰਸਮੀ ਰਾਜ ਪੱਤਰ ਸੀ। ਸੰਵਿਧਾਨ ਦਾ ਖਰੜਾ 17 ਸਤੰਬਰ 1787 ਨੂੰ ਫਿਲਾਡੈਲਫੀਆ ਸੰਮੇਲਨ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਨੂੰ 1788 ਦੇ ਵਿੱਚ ਹੀ ਕਨਫੈਡਰੇਸ਼ਨ ਦੀ ਕਾਂਗਰਸ ਦੇ ਦੁਆਰਾ ਅਪਣਾਇਆ ਗਿਆ ਸੀ ਤੇ ਅੰਤ ਵਿੱਚ 4 ਮਾਰਚ 1789 ਨੂੰ ਲਾਗੂ ਕੀਤਾ ਗਿਆ ਸੀ। ਫੀਚਰਸ ਆਫ ਅਮਰੀਕਨ ਕਨਸਟੀਟਿਊਸ਼ਨ ਇੱਕ ਲਿਖਿਤ ਸੰਵਿਧਾਨ ਹੈ। ਰਿਟਨ ਕਨਸਟੀਟਿਊਸ਼ਨ ਹੈ। ਵਿਸ਼ਵ ਦਾ ਸਭ ਤੋਂ ਪੁਰਾਣਾ ਲਿਖਤੀ ਸੰਵਿਧਾਨ ਹੈ। ਇਹ ਸੰਖੇਪ ਲਿਖਤੀ ਸੰਵਿਧਾਨ ਹੈ। ਅੱਧੇ ਘੰਟੇ ਵਿੱਚ ਪੜ੍ਹੇ ਜਾਣ ਵਾਲਾ 10 ਤੋਂ 12 ਪੰਨਿਆਂ ਵਾਲਾ 4000 ਸ਼ਬਦਾਂ ਵਿੱਚ ਪ੍ਰਸਤਾਵਨਾ ਹੈ ਤੇ 7 ਆਰਟੀਕਲ ਨੇ। ਕਾਂਗਰਸ ਦੇ ਕਾਨੂੰਨਾਂ, ਨਿਆਇਕ ਫੈਸਲਿਆਂ ਅਤੇ ਕਾਰਜਕਾਰੀ ਫਰਮਾਨਾਂ ਨੇ ਸੰਵਿਧਾਨ ਨੂੰ ਵੱਡਾ ਕੀਤਾ। ਉਸ ਤੋਂ ਬਾਅਦ ਦੂਜੀ ਵਿਸ਼ੇਸ਼ਤਾ ਦੀ ਲੋਕਪ੍ਰਿय ਪ੍ਰਭੂ ਸੱਤਾ। ਇਹ ਲੋਕਪ੍ਰਿय ਪ੍ਰਭੂ ਸੱਤਾ ਨੂੰ ਮਾਨਤਾ ਦਿੰਦਾ ਹੈ, ਜਿੰਦੇ ਵਿੱਚ ਸਰਵ ਸ਼ਕਤੀ ਲੋਕਾਂ ਦੇ ਨਾਲ ਸੰਬੰਧਿਤ ਹੈ। ਸਾਰੀਆਂ ਸ਼ਕਤੀਆਂ ਦਾ ਸਰੋਤ ਲੋਕ ਹੀ ਨੇ। ਜਦੋਂ ਕੋਈ ਸਰਕਾਰ ਆਪਦੇ ਕਰਤੱਵ ਤੋਂ ਅਸਫਲ ਰਹਿੰਦੀ ਹੈ ਤਾਂ ਲੋਕ ਉਸ ਨੂੰ ਸਰਕਾਰ ਤੋਂ ਹਟਾ ਦਿੰਦੇ ਆ। ਸਰਕਾਰ ਨੂੰ ਕੰਟਰੋਲ ਕਰਨ ਦਾ ਅਧਿਕਾਰ ਲੋਕਾਂ ਦਾ ਹੀ ਹੈ। ਸੀਮਤ ਸਰਕਾਰ। ਸੰਵਿਧਾਨਿਕ ਸਰਕਾਰ ਦਾ ਅਰਥ ਹੈ ਇੱਕ ਸੀਮਤ ਸਰਕਾਰ। ਸੀਮਿਤ ਸਰਕਾਰਾਂ ਸਰਕਾਰ ਦੀ ਤਾਨਾਸ਼ਾਹੀ ਸ਼ਾਸਨ ਤੋਂ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਜ਼ਰੂਰੀ ਹਨ। ਸੰਵਿਧਾਨ ਨੇ ਰਾਸ਼ਟਰੀ ਸਰਕਾਰ ਨੂੰ ਸੀਮਿਤ ਸ਼ਕਤੀਆਂ ਪ੍ਰਦਾਨ ਕੀਤੀਆਂ ਤੇ ਬਾਕੀ ਸ਼ਕਤੀਆਂ ਰਾਜ ਨੂੰ ਛੱਡ ਦਿੱਤੀਆਂ। ਸੰਵਿਧਾਨ ਲੋਕਾਂ ਦੇ ਅਧਿਕਾਰਾਂ ਤੇ ਜ਼ੋਰ ਦਿੰਦੀ ਹੈ ਤੇ ਸਰਕਾਰ ਦੇ ਅਧਿਕਾਰਾਂ ਨੂੰ ਸੀਮਤ ਕਰਦੀ ਹੈ। ਸ਼ਕਤੀਆਂ ਦਾ ਵਖਰੇਵਾਂ। ਅਮਰੀਕਾ ਦੇ ਵਿੱਚ ਸਰਕਾਰ ਦੇ ਕੰਮਾਂ ਲਈ 3 ਵੱਖਰੀਆਂ ਸ਼ਾਖਾਵਾਂ ਹਨ। ਕਾਂਗਰਸ ਹੈ, ਰਾਸ਼ਟਰਪਤੀ ਤੇ ਸੁਪਰੀਮ ਕੋਰਟ। ਸਰਕਾਰ ਦੀਆਂ ਤਿੰਨੋਂ ਸ਼ਾਖਾਵਾਂ ਇੱਕ ਦੂਜੇ ਤੋਂ ਸੁਤੰਤਰ ਨੇ, ਇੱਕ ਦੂਜੇ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੀਆਂ। ਅਗਲੀ ਵਿਸ਼ੇਸ਼ਤਾ ਹੈ ਜਾਂਚ ਅਤੇ ਸੰਤੁਲਨ। ਸਰਕਾਰ ਦੀ ਕਿਸੇ ਵੀ ਸ਼ਾਖਾ ਨੂੰ ਤਾਨਾਸ਼ਾਹੀ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਸਰਕਾਰ ਦਾ ਰਾਸ਼ਟਰਪਤੀ ਰੂਪ। ਇਹ ਸਰਕਾਰ ਦੇ ਰਾਸ਼ਟਰਪਤੀ ਰੂਪ ਦੀ ਵਿਵਸਥਾ ਕਰਦਾ ਹੈ। ਰਾਸ਼ਟਰਪਤੀ ਕਾਂਗਰਸ ਦੁਆਰਾ ਨਹੀਂ ਚੁਣਿਆ ਜਾਂਦਾ। ਰਾਸ਼ਟਰਪਤੀ ਅਤੇ ਕਾਂਗਰਸ ਦਾ ਕੋਈ ਨਜ਼ਦੀਕੀ ਸੰਬੰਧ ਨਹੀਂ ਹੁੰਦਾ। ਰਾਸ਼ਟਰਪਤੀ ਕਾਂਗਰਸ ਨੂੰ ਭੰਗ ਨਹੀਂ ਕਰ ਸਕਦੀ। ਰਾਸ਼ਟਰਪਤੀ ਰਾਸ਼ਟਰ ਦਾ ਮੁਖੀ ਹੁੰਦਾ ਹੈ। ਕਾਰਜਕਾਲ 4 ਸਾਲ। ਸਾਰੀਆਂ ਕਾਰਜਕਾਰੀ ਸ਼ਕਤੀਆਂ ਉਸਦੇ ਨਾਮ ਤੇ ਹੀ ਹੁੰਦੀਆਂ ਨੇ। ਅਗਲੀ ਵਿਸ਼ੇਸ਼ਤਾ ਹੈ ਸਰਕਾਰ ਦੀ ਸੰਘੀ ਪ੍ਰਣਾਲੀ। ਇਹ ਪਹਿਲਾ ਸੰਵਿਧਾਨ ਹੈ ਜਿਸ ਨੇ ਸਰਕਾਰ ਦੀ ਸੰਘੀ ਪ੍ਰਣਾਲੀ ਨੂੰ ਅਪਣਾਇਆ ਸੀ। ਅਧਿਕਾਰਾਂ ਦਾ ਬਿੱਲ। ਮੂਲ ਸੰਵਿਧਾਨ ਵਿੱਚ ਅਧਿਕਾਰਾਂ ਦਾ ਬਿੱਲ ਨਹੀਂ ਸੀ, ਪਰ ਇਸ ਦੀ ਸ਼ੁਰੂਆਤ ਦੇ ਪਹਿਲੇ 2 ਸਾਲ ਦੇ ਅੰਦਰ ਪਾਸ ਹੋਈਆਂ ਪਹਿਲੀਆਂ 10 ਸੰਸ਼ੋਧਨ ਨੂੰ ਅਧਿਕਾਰ ਦੇ ਬਿੱਲ ਦੇ ਲਈ ਪ੍ਰਦਾਨ ਕੀਤਾ। ਇਸ ਦੇ ਵਿੱਚ ਹੇਠ ਲਿਖੇ ਅਧਿਕਾਰ ਹਨ। ਧਰਮ ਦੀ ਸੁਤੰਤਰਤਾ, ਬੋਲਣ ਤੇ ਪ੍ਰਗਟਾਵੇ ਕਰਨ ਦੀ ਸੁਤੰਤਰਤਾ, ਸੁਰੱਖਿਆ ਦੇ ਲਈ ਹਥਿਆਰ ਰੱਖਣ ਦਾ ਅਧਿਕਾਰ ਹੈ, ਵਿਵਸਾਏ ਦੀ ਸੁਤੰਤਰਤਾ, ਨਿੱਜੀ ਜਾਇਦਾਦ ਦਾ ਅਧਿਕਾਰ ਹੈ, ਕਾਨੂੰਨੀ ਸਮਾਨਤਾ ਦਾ ਅਧਿਕਾਰ ਹੈ, ਰੰਗ, ਨਸਲ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਵੋਟ ਪਾਉਣ ਦਾ ਅਧਿਕਾਰ ਹੈ। ਦੂਹਰੀ ਨਾਗਰਿਕਤਾ। 14ਵੀਂ ਅਮੈਂਡਮੈਂਟ ਐਕਟ ਨੇ ਸਪਸ਼ਟ ਤੌਰ ਤੇ ਦੂਹਰੀ ਨਾਗਰਿਕਤਾ ਪ੍ਰਦਾਨ ਕੀਤੀ। ਸੰਵਿਧਾਨ ਦੀ ਸਰਵਉੱਚਤਾ। ਇਹ ਵੀ ਇਹਦੀ ਵਿਸ਼ੇਸ਼ਤਾ ਹੈ। ਇਹ ਦੇਸ਼ ਦਾ ਸਰਵਉੱਚ ਕਾਨੂੰਨ ਹੈ। ਜੱਜ ਸੰਵਿਧਾਨ ਦੇ ਰਖਵਾਲੇ ਨੇ। ਸੁਪਰੀਮ ਕੋਰਟ ਸੰਵਿਧਾਨ ਅਤੇ ਇਸ ਦੀ ਸਰਵਉੱਚਤਾ ਦੀ ਰਾਖੀ ਕਰਦਾ ਹੈ। ਯੂਕੇ ਦੇ ਵਿੱਚ ਸੰਸਦ ਸਰਵਉੱਚ ਹੈ, ਪਰ ਅਮਰੀਕਾ ਦੇ ਵਿੱਚ ਸੰਵਿਧਾਨ ਸਰਵਉੱਚ ਹੈ। ਇਹ ਇੱਕ ਸੰਵਿਧਾਨ ਹੈ। ਅਮਰੀਕਨ ਕਨਸਟੀਟਿਊਸ਼ਨ ਵਿਸ਼ਵ ਦਾ ਸਭ ਤੋਂ ਰਿਜਿਡ ਕਨਸਟੀਟਿਊਸ਼ਨ ਹੈ।
ਦੇਸ਼ ਦੇ ਮੁੱਢਲਾ ਕਾਨੂੰਨ ਹੈ, ਇਹ ਇੱਕ ਸੰਘ ਹੈ, ਸੰਸ਼ੋਧਨ ਪ੍ਰਕਿਰਿਆ ਇਹਦੀ ਮੁਸ਼ਕਿਲ ਹੈ। ਮਤਲਬ ਇਹਦੇ ਵਿੱਚ ਬਦਲਾਵ ਲਿਆਉਣ ਦੀ ਜਿਹੜੀ ਵਿਧੀ ਹੈ ਔਖੀ ਹੈ। ਸੰਵਿਧਾਨ ਦੇ ਆਰਟੀਕਲ 5 ਸੰਵਿਧਾਨ ਨੂੰ ਸੰਸ਼ੋਧਿਤ ਕਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੈ। ਸੰਵਿਧਾਨ ਨੂੰ ਸੰਸ਼ੋਧਿਤ ਕਰਨ ਦੀ ਪ੍ਰਕਿਰਿਆ ਦੇ ਲਈ ਸੰਘੀ ਅਤੇ ਰਾਜ ਸਰਕਾਰ ਦੋਵਾਂ ਦੀ ਭਾਗੀਦਾਰੀ ਦੀ ਲੋੜ ਹੁੰਦੀ ਹੈ। ਸੰਵਿਧਾਨਿਕ ਸੰਸ਼ੋਧਿਤ ਕਰਨ ਦੇ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ। ਇੱਕ ਤਾਂ ਕਾਂਗਰਸ ਹਰ ਸਦਨ ਦੇ ਵਿੱਚ 2/3 ਬਹੁਮਤ ਦੇ ਨਾਲ ਸੰਸ਼ੋਧਨ ਦਾ ਪ੍ਰਸਤਾਵ ਦੇ ਸਕਦੀ ਹੈ। ਦੂਸਰਾ, ਰਾਜਾਂ ਦੇ ਵਿੱਚ 2/3 ਦੇ ਦੁਆਰਾ ਪਟੀਸ਼ਨ ਦੇ ਕਾਂਗਰਸ ਦੁਆਰਾ ਬੁਲਾਇਆ ਗਿਆ ਰਾਸ਼ਟਰੀ ਸੰਵਿਧਾਨਿਕ ਸੰਮੇਲਨ, ਦੋਵਾਂ ਵਿੱਚੋਂ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਸੰਵਿਧਾਨ ਦੇ ਸੰਸ਼ੋਧਨ ਦੀ ਅਮੈਂਡਮੈਂਟ ਦੀ ਪੁਸ਼ਟੀ ਇਹਨਾਂ ਦੁਆਰਾ ਕੀਤੀ ਜਾਂਦੀ ਹੈ। ਰਾਜਾਂ ਦੀਆਂ ਵਿਧਾਨਿਕ ਸੰਸਥਾਵਾਂ ਦੇ 3/4 ਭਾਗ ਜਾਂ ਇਸ ਉਦੇਸ਼ ਲਈ ਬੁਲਾਏ ਗਏ ਰਾਸ਼ਟਰੀ ਸੰਵਿਧਾਨਿਕ ਸੰਮੇਲਨ ਦੇ ਬਹੁਮਤ ਮੈਂਬਰਾਂ ਦੇ ਵਿੱਚੋਂ 3/4 ਭਾਗ। ਹੁਣ ਤੱਕ ਅਮਰੀਕੀ ਸੰਵਿਧਾਨ ਦੇ ਵਿੱਚ 27 ਵਾਰ ਸੰਸ਼ੋਧਨ ਕੀਤਾ ਗਿਆ ਹੈ। ਨਿਆਇਕ ਸਮੀਖਿਆ ਸੰਵਿਧਾਨ ਦੀ ਸਰਵਉੱਚਤਾ ਨੂੰ ਕਾਇਮ ਰੱਖਦੀ ਹੈ। ਵਿਧਾਨ ਪਾਲਿਕਾ ਦੇ ਕਿਸੇ ਵੀ ਐਕਟ ਨੂੰ ਅਵੈਧ ਘੋਸ਼ਿਤ ਕਰਨ ਦੀ ਸ਼ਕਤੀ ਰੱਖਦੀ ਹੈ। ਗੈਰ ਕਾਨੂੰਨੀ ਕਰਨ ਦੀ ਕੋਸ਼ਿਸ਼ ਕਰਨ ਦੀ ਸ਼ਕਤੀ ਰੱਖਦੀ ਹੈ। ਸੰਵਿਧਾਨ ਦੀ ਵਿਆਖਿਆ ਕਰਨ ਦੀ ਸ਼ਕਤੀ ਹੈ। ਧਰਮ ਨਿਰਪੱਖ ਰਾਜ ਹੈ, ਇਹ ਧਰਮ ਨਿਰਪੱਖ ਸਮਾਜ ਦੀ ਸਥਾਪਨਾ ਕਰਦਾ ਹੈ। ਦੇਸ਼ ਦੇ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕਰਦਾ ਹੈ। ਅਮਰੀਕਾ ਦਾ ਕੋਈ ਰਾਜ ਧਰਮ ਨਹੀਂ ਹੈ। ਇਹ ਲੋਕਤੰਤਰਿਕ ਸਰਕਾਰ ਹੈ, ਇਹ ਇੱਕ ਪ੍ਰਤੀਨਿਧਾਤਮਕ ਲੋਕਤੰਤਰ ਹੈ। ਕਾਂਗਰਸ ਅਮਰੀਕੀ ਲੋਕਾਂ ਦਾ ਪ੍ਰਤੀਨਿਧਾਤਮਕ ਸੰਸਥਾ ਹੈ। ਰਾਸ਼ਟਰਪਤੀ ਵੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਅਸਲ ਸ਼ਕਤੀ ਲੋਕਾਂ ਕੋਲ ਹੈ। ਇਹ ਗਣਤੰਤਰ ਰਾਜ ਦੀ ਸਥਾਪਨਾ ਕਰਦੀ ਹੈ, ਜਿੱਥੇ ਰਾਜ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਦੋ ਸਦਨੀ ਵਿਧਾਨ ਪਾਲਿਕਾ ਅਮਰੀਕਾ ਦੇ ਦੋ ਸਦਨ ਨੇ। ਦੋ ਸਦਨਾਂ ਵਾਲੀ ਵਿਧਾਨ ਪਾਲਿਕਾ ਹੈ। ਪਹਿਲਾ ਸਦਨ ਸੈਨੇਟ ਹੈ, ਦੂਜਾ ਹਾਊਸ ਆਫ ਰਿਪਰੈਜ਼ੈਂਟੇਟਿਵ। ਉੱਪਰ ਵਾਲੇ ਸਦਨ ਨੂੰ ਸੈਨੇਟ ਕਿਹਾ ਜਾਂਦਾ ਤੇ ਹੇਠਲੇ ਸਦਨ ਨੂੰ ਹਾਊਸ ਆਫ ਰਿਪਰੈਜ਼ੈਂਟੇਟਿਵ ਕਿਹਾ ਜਾਂਦਾ ਹੈ। ਹੇਠਲਾ ਸਦਨ ਅਮਰੀਕੀ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜਦੋਂ ਕਿ ਸੈਨੇਟ ਸੰਘੀ ਇਕਾਈਆਂ ਮਤਲਬ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ। ਸੈਨੇਟ ਵਿਸ਼ਵ ਦਾ ਸਭ ਤੋਂ ਮਜ਼ਬੂਤ ਦੂਜਾ ਸਦਨ। ਅਮਰੀਕੀ ਸੰਵਿਧਾਨ ਦੇ ਵਿੱਚ ਸੰਸ਼ੋਧਨ ਹੁਣ ਤੱਕ ਕੁੱਲ 27 ਸੰਸ਼ੋਧਨ ਹੋਏ ਹਨ। ਪਹਿਲੀ ਅਮੈਂਡਮੈਂਟ ਦੇ ਵਿੱਚ ਕੀ ਹੋਇਆ ਸੀ? ਲੋਕਾਂ ਨੂੰ ਧਰਮ ਦੀ, ਬੋਲਣ, ਪ੍ਰੈਸ ਦੀ, ਠੀਕ ਹੈ ਜੀ, ਇਕੱਠ ਦੀ, ਸਰਕਾਰ ਨੂੰ ਪਟੀਸ਼ਨ ਦਾ ਅਧਿਕਾਰ। ਦੂਸਰੀ ਅਮੈਂਡਮੈਂਟ ਵਿੱਚ ਲੋਕਾਂ ਨੂੰ ਆਪਦੀ ਰੱਖਿਆ ਲਈ ਹਥਿਆਰ ਰੱਖਣ ਦਾ ਅਧਿਕਾਰ ਹੈ। ਤੀਜੀ ਦੇ ਵਿੱਚ ਫੌਜੀ ਕਿਸੇ ਦੇ ਘਰ ਦੇ ਵਿੱਚ ਨਹੀਂ ਰਹਿ ਸਕਦਾ। ਚੌਥੀ ਅਮੈਂਡਮੈਂਟ ਦੇ ਤਹਿਤ ਸਰਕਾਰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਪੰਜਵੀਂ ਅਮੈਂਡਮੈਂਟ ਸਰਕਾਰ ਕਿਸੇ ਵਿਅਕਤੀ ਨੂੰ ਸਜ਼ਾ ਦੇਣ ਤੋਂ ਪਹਿਲਾਂ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਛੇਵੀਂ ਅਮੈਂਡਮੈਂਟ ਦੇ ਵਿੱਚ ਕਿਹੜੀ ਗੱਲ ਕਹੀ ਹੈ? ਇੱਕ ਵਿਅਕਤੀ ਅਦਾਲਤ ਦੇ ਵਿੱਚ ਕੇਸ ਦਰਜ ਕਰ ਸਕਦਾ ਹੈ। ਸੱਤਵੀਂ ਅਮੈਂਡਮੈਂਟ ਇੱਕ ਵਿਅਕਤੀ ਸਿਵਲ ਮੁਕੱਦਮਿਆਂ ਦੇ ਲਈ ਅਦਾਲਤ ਮੁਕੱਦਮੇ ਦਾ ਅਧਿਕਾਰ ਹੈ। 8ਵੀਂ ਅਮੈਂਡਮੈਂਟ ਸਰਕਾਰ ਬਹੁਤ ਜ਼ਿਆਦਾ ਜੁਰਮਾਨਾ ਜਾਂ ਬੇਰਹਿਮ ਸਜ਼ਾ ਦੀ ਮੰਗ ਨਹੀਂ ਕਰ ਸਕਦੀ। 9ਵੀਂ ਅਮੈਂਡਮੈਂਟ ਸੰਵਿਧਾਨ ਵਿੱਚ ਲੋਕਾਂ ਅਤੇ ਰਾਜ ਦੇ ਸਾਰੇ ਅਧਿਕਾਰ ਸ਼ਾਮਿਲ ਨਹੀਂ ਹਨ। 10ਵੀਂ ਅਮੈਂਡਮੈਂਟ ਜੋ ਸ਼ਕਤੀਆਂ ਸੰਵਿਧਾਨ ਸੰਘੀ ਸਰਕਾਰ ਨੂੰ ਨਹੀਂ ਦਿੰਦਾ, ਉਹ ਰਾਜਾਂ ਦੇ ਨਾਲ ਸੰਬੰਧਿਤ। 11ਵੀਂ ਅਮੈਂਡਮੈਂਟ ਵਿੱਚ ਕੀ ਵਰਣਨ ਕੀਤਾ ਗਿਆ ਹੈ? ਨਾਗਰਿਕ ਸੰਘੀ ਅਦਾਲਤਾਂ ਦੇ ਵਿੱਚ ਰਾਜਾਂ ਉੱਤੇ ਮੁਕੱਦਮਾ ਨਹੀਂ ਕਰ ਸਕਦੇ। 12ਵੀਂ ਅਮੈਂਡਮੈਂਟ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਪਾਰਟੀ ਟਿਕਟ ਤੇ ਚੁਣੇ ਜਾਂਦੇ ਹਨ। 13ਵੀਂ ਅਮੈਂਡਮੈਂਟ ਅਮਰੀਕਾ ਦੇ ਵਿੱਚ ਗੁਲਾਮੀ ਗੈਰ ਕਾਨੂੰਨੀ ਹੈ। 14ਵੀਂ ਅਮੈਂਡਮੈਂਟ ਦੇ ਤਹਿਤ ਅਮਰੀਕਾ ਵਿੱਚ ਪੈਦਾ ਹੋਏ ਹਰੇਕ ਵਿਅਕਤੀ ਇੱਕ ਨਾਗਰਿਕ ਹੈ, ਇੱਕ ਪ੍ਰਵਾਸੀ ਹੈ, ਇੱਕ ਕੁਦਰਤੀ ਨਾਗਰਿਕ ਬਣ ਸਕਦਾ। 15ਵੀਂ ਅਮੈਂਡਮੈਂਟ ਅਮਰੀਕਾ ਦੇ ਸਾਰੇ ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। 16ਵੀਂ ਅਮੈਂਡਮੈਂਟ ਕਾਂਗਰਸ ਆਮਦਨ ਤੇ ਟੈਕਸ ਲਗਾ ਸਕਦੀ ਹੈ। 17ਵੀਂ ਅਮੈਂਡਮੈਂਟ ਲੋਕ ਅਮਰੀਕੀ ਸੈਨੇਟਰਾਂ ਨੂੰ ਚੁਣ ਸਕਦੇ ਆ। 18th ਅਮੈਂਡਮੈਂਟ ਦੇ ਤਹਿਤ ਸ਼ਰਾਬ ਗੈਰ ਕਾਨੂੰਨੀ ਹੈ। 19th ਅਮੈਂਡਮੈਂਟ ਸਾਰੀ ਅਮਰੀਕੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। 20ਵੀਂ ਅਮੈਂਡਮੈਂਟ ਰਾਸ਼ਟਰਪਤੀ ਦਾ ਉਦਘਾਟਨ ਜਨਵਰੀ ਦੇ ਵਿੱਚ ਹੁੰਦਾ ਹੈ। ਜਨਵਰੀ ਵਿੱਚ ਕਾਂਗਰਸ ਦੀ ਮੀਟਿੰਗ ਸ਼ੁਰੂ ਹੁੰਦੀ ਹੈ। 21ਵੀਂ ਅਮੈਂਡਮੈਂਟ ਸ਼ਰਾਬ ਕਾਨੂੰਨੀ ਹੈ, ਇੱਥੇ ਕਾਨੂੰਨੀ ਸਾਬਿਤ ਕਰ ਦਿੱਤੀ ਗਈ ਸੀ। 22nd ਅਮੈਂਡਮੈਂਟ ਰਾਸ਼ਟਰਪਤੀ ਦੇ 2 ਵਾਰ ਤੋਂ ਵੱਧ ਸੇਵਾ ਨਹੀਂ ਕਰ ਸਕਦਾ। 23ਵੀਂ ਅਮੈਂਡਮੈਂਟ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। 24ਵੀਂ ਅਮੈਂਡਮੈਂਟ ਕਿਸੇ ਨਾਗਰਿਕ ਨੂੰ ਵੋਟਿੰਗ ਫੀਸ ਅਦਾ ਕਰਨਾ ਗੈਰ ਕਾਨੂੰਨੀ ਹੈ। ਠੀਕ ਹੈ, ਕਿਸੇ ਨਾਗਰਿਕ ਨੂੰ ਵੋਟਿੰਗ ਫੀਸ ਅਦਾ ਕਰਨਾ, ਰਿਸ਼ਵਤ ਦੇਣੀ ਗੈਰ ਕਾਨੂੰਨੀ ਹੈ। 25ਵੀਂ ਅਮੈਂਡਮੈਂਟ ਜੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਬਣ ਜਾਂਦਾ ਹੈ। ਜੇ ਦੋਵੇਂ ਮਰ ਜਾਂਦੇ ਆ ਤਾਂ ਸਦਨ ਦਾ ਸਪੀਕਰ ਰਾਸ਼ਟਰਪਤੀ ਬਣ ਜਾਂਦਾ ਹੈ। 26ਵੀਂ ਅਮੈਂਡਮੈਂਟ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਮਰੀਕੀ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ। 27ਵੀਂ ਅਮੈਂਡਮੈਂਟ ਕਾਂਗਰਸ ਨੇ ਸੀਮਿਤ ਕਰਨਾ ਚਾਹੀਦਾ ਹੈ ਕਿ ਇਸ ਦੇ ਮੈਂਬਰਾਂ ਨੂੰ ਕਦੋਂ ਤੇ ਕਿੰਨਾ ਭੁਗਤਾਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸੰਘਵਾਦ ਸਰਕਾਰ ਦੀ ਇੱਕ ਪ੍ਰਣਾਲੀ ਹੈ ਜਿਸ ਦੇ ਵਿੱਚ ਸ਼ਕਤੀ ਕੇਂਦਰ ਅਤੇ ਦੇਸ਼ ਦੀਆਂ ਵੱਖ-ਵੱਖ ਇਕਾਈਆਂ ਦੇ ਵਿਚਕਾਰ ਵੰਡੀ ਜਾਂਦੀ ਹੈ।
ਸੰਘੀ ਸਰਕਾਰ ਦੇ ਦੋ ਪੱਧਰ ਹੁੰਦੇ ਹਨ। ਇੱਕ ਪੂਰੇ ਦੇਸ਼ ਦੀ ਸਰਕਾਰ ਹੈ ਜੋ ਆਮ ਤੌਰ ਤੇ ਰਾਸ਼ਟਰੀ ਹਿੱਤਾਂ ਦੇ ਕੁਝ ਵਿਸ਼ਿਆਂ ਦੇ ਲਈ ਜ਼ਿੰਮੇਵਾਰ ਹੈ। ਬਾਕੀ ਪ੍ਰਾਂਤਾਂ ਜਾਂ ਰਾਜਾਂ ਦੇ ਪੱਧਰ ਤੇ ਸਰਕਾਰਾਂ ਹਨ ਜੋ ਆਪਣੇ ਰਾਜ ਦੇ ਰੋਜ਼ਾਨਾ ਦੇ ਬਹੁਤ ਸਾਰੇ ਪ੍ਰਸ਼ਾਸਨ ਦੀ ਦੇਖਭਾਲ ਕਰਦੀਆਂ ਹਨ। ਦੋਵੇਂ ਸਰਕਾਰਾਂ ਵੱਖਰੇ ਤੌਰ ਤੇ ਲੋਕਾਂ ਦੇ ਪ੍ਰਤੀ ਜਵਾਬਦੇਹ ਹਨ। ਸੰਘਵਾਦ ਦੀਆਂ ਵਿਸ਼ੇਸ਼ਤਾਵਾਂ ਸਰਕਾਰ ਦੇ ਦੋ ਪੱਧਰ ਹਨ। ਸਰਕਾਰ ਦੇ ਵੱਖ-ਵੱਖ ਪੱਧਰ ਸਮਾਨ ਨਾਗਰਿਕਾਂ ਨੂੰ ਨਿਯੰਤਰਿਤ ਕਰਦੇ ਹਨ ਤੇ ਹਰੇਕ ਪੱਧਰ ਦਾ ਕਾਨੂੰਨ, ਟੈਕਸ ਅਤੇ ਪ੍ਰਸ਼ਾਸਨ ਦੇ ਵਿਸ਼ਿਸ਼ਟ ਮਾਮਲਿਆਂ ਦੇ ਵਿੱਚ ਆਪਣੇ ਅਧਿਕਾਰ ਦਾ ਖੇਤਰ ਹੁੰਦਾ ਹੈ। ਕੇਂਦਰ ਸਰਕਾਰ ਰਾਜਾਂ ਦੇ ਮੁਕਾਬਲੇ ਵਧੇਰੇ ਸ਼ਕਤੀਸ਼ਾਲੀ ਹੈ। ਭਾਰਤ ਇੱਕ ਸੰਘੀ ਦੇਸ਼ ਹੈ। ਆਪਾਂ ਨੂੰ ਵੀ ਪਤਾ ਹੈ ਸੰਵਿਧਾਨ ਨੇ ਭਾਰਤ ਨੂੰ ਰਾਜਾਂ ਦਾ ਸੰਘ ਘੋਸ਼ਿਤ ਕੀਤਾ ਹੈ। ਹਾਲਾਂਕਿ ਇਸ ਵਿੱਚ ਸੰਘ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ, ਪਰ ਭਾਰਤ ਸੰਘਵਾਦ ਤੇ ਆਧਾਰਿਤ ਹੈ। ਭਾਰਤੀ ਸੰਵਿਧਾਨ ਦੇ ਵਿੱਚ ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਜਿਸ ਦੀ 3 ਅਨੁਸੂਚੀ ਬਣਾਈ ਗਈ ਹੈ: ਸੰਘੀ ਸੂਚੀ, ਰਾਜ ਸੂਚੀ ਤੇ ਸੰਵਰਤੀ ਸੂਚੀ। ਸੰਘੀ ਸੂਚੀ ਦੇ ਵਿੱਚ ਰਾਸ਼ਟਰੀ ਵਿਸ਼ੇ ਆ ਜਾਂਦੇ ਜਿਵੇਂ ਦੇਸ਼ ਦੀ ਰੱਖਿਆ ਕਰਨੀ, ਵਿਦੇਸ਼ੀ ਮਾਮਲੇ, ਬੈਂਕਿੰਗ, ਸੰਚਾਰ ਅਤੇ ਕਰੰਸੀ। ਰਾਜ ਸੂਚੀ ਵਿੱਚ ਰਾਜਮਾਤਾ ਵਾਲੇ ਵਿਸ਼ੇ ਆ ਜਾਂਦੇ, ਪੁਲਿਸ, ਵਪਾਰ, ਵਣਜ, ਖੇਤੀਬਾੜੀ, ਸਿੰਚਾਈ। ਰਾਜ ਸੂਚੀ ਵਿੱਚ ਦਰਸਾਏ ਗਏ ਵਿਸ਼ਿਆਂ ਨਾਲ ਸੰਬੰਧਿਤ ਕਾਨੂੰਨ ਰਾਜ ਸਰਕਾਰਾਂ ਹੀ ਬਣਾ ਸਕਦੀਆਂ ਹਨ। ਸੰਵਰਤੀ ਸੂਚੀ ਦੇ ਵਿੱਚ ਕੇਂਦਰ ਦੇ ਨਾਲ ਅਤੇ ਰਾਜ ਸਰਕਾਰਾਂ ਜਿਵੇਂ ਕਿ ਸਿੱਖਿਆ, ਜੰਗਲਾਤ, ਵਿਆਹ, ਗੋਦ ਲੈਣਾ, ਜਿਹੜੇ ਆਪਣੇ ਪਰਸਨਲ ਮਾਮਲੇ ਹੁੰਦੇ ਆ, ਠੀਕ ਹੈ, ਆਦਿ ਵਰਗੇ ਹਿੱਤ ਸ਼ਾਮਿਲ ਹੁੰਦੇ ਆ। ਉਸ ਤੋਂ ਬਾਅਦ ਵਨ ਲਾਈਨਰ ਕੁਐਸਚਨ ਹੈ। ਅਮਰੀਕੀ ਸੰਘ ਵਾਸਤਵਿਕ ਸੰਘ ਵਿੱਚ 13 ਇਕਾਈਆਂ ਦਾ ਸੰਘ ਹੈ। ਵਰਤਮਾਨ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ 51 ਰਾਜ ਹਨ। ਅਮਰੀਕੀ ਸੰਘ 1787 ਦੇ ਫਿਲਾਡੈਲਫੀਆ ਸੰਮੇਲਨ ਦੀ ਦੇਣ ਹੈ। ਸੰਘੀ ਪ੍ਰਣਾਲੀ ਨੂੰ ਅਪਣਾਉਣ ਵਾਲਾ ਸਭ ਤੋਂ ਪਹਿਲਾ ਦੇਸ਼ ਕਿਹੜਾ? USA। ਕਿਹੜੇ ਦੇਸ਼ ਸੰਵਰਤੀ ਸੂਚੀ ਦੀ ਵਿਵਸਥਾ ਨਹੀਂ ਕਰਦਾ? USA। ਅਮਰੀਕਾ ਕਿੰਨੇ ਸਾਲਾਂ ਦੇ ਲਈ ਸੈਨੇਟਰ ਦੀ ਚੋਣ ਕਰਦਾ? 6 ਸਾਲ। ਅਮਰੀਕਾ ਕਿੰਨੇ ਸਾਲਾਂ ਲਈ ਰਾਸ਼ਟਰਪਤੀ ਚੁਣਦਾ ਹੈ? 4 ਸਾਲ। ਸੰਘ ਕਾਨੂੰਨ ਕੌਣ ਬਣਾਉਂਦਾ ਹੈ? ਕਾਨੂੰਨ। ਸੰਯੁਕਤ ਰਾਜ ਦੇ ਵਿੱਚ ਸਭ ਤੋਂ ਉੱਚੀ ਅਦਾਲਤ ਕੀ ਹੈ? ਸੁਪਰੀਮ ਕੋਰਟ। USA ਦੀਆਂ ਦੋ ਰਾਜਨੀਤਿਕ ਪਾਰਟੀਆਂ ਡੈਮੋਕ੍ਰੈਟਿਕ ਤੇ ਰਿਪਬਲਿਕਨ। ਸੰਯੁਕਤ ਰਾਜ ਦੀ ਸਰਕਾਰ ਫੈਡਰਲ ਸਰਕਾਰ ਨੂੰ ਕਿੰਨੀਆਂ ਸ਼ਾਖਾਵਾਂ ਵਿੱਚ ਵੰਡਿਆ ਗਿਆ? 3। ਕਾਂਗਰਸ ਦੀ ਸ਼ਕਤੀਆਂ। ਕਾਂਗਰਸ ਦੀਆਂ ਸ਼ਕਤੀਆਂ ਕਿਸ ਦੇ ਵਿੱਚ ਸੂਚੀਬੱਧ ਹਨ? ਆਰਟੀਕਲ 1। ਅਮਰੀਕਾ ਗਣਰਾਜ ਦਾ ਪੂਰਾ ਨਾਮ ਕੀ ਹੈ? USA। ਅਮਰੀਕਾ ਦੇ ਵਿੱਚ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? ਪ੍ਰੈਜ਼ੀਡੈਂਟ। ਅਮਰੀਕੀ ਗਣਰਾਜ ਦਾ ਪੂਰਾ ਨਾਮ ਕੀ ਹੈ? USA। ਕਾਂਗਰਸ ਦੀਆਂ ਸ਼ਕਤੀਆਂ ਸੂਚੀਬੱਧ ਕੀਤੀਆਂ ਗਈਆਂ ਆਰਟੀਕਲ 3 ਦੇ ਵਿੱਚ। ਅਮਰੀਕਾ ਵਿੱਚ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਪ੍ਰੈਜ਼ੀਡੈਂਟ। ਇੱਥੇ ਆ ਕੇ ਜਿਹੜੀ ਆਪਣੀ ਰਿਵੀਜ਼ਨ ਹੈ ਸੰਪੂਰਨ ਹੁੰਦੀ ਹੈ, ਕੰਪਲੀਟ ਹੁੰਦੀ ਹੈ। ਠੀਕ ਹੈ, ਹੁਣ ਮੈਂ ਟੈਸਟ ਲਗਾਉਣ ਲੱਗੀ ਹਾਂ। ਠੀਕ ਹੈ, ਅੱਜ ਤੁਸੀਂ ਟੈਸਟ ਕਰਕੇ ਵੇਖੋ। ਅਗਲਾ ਚੈਪਟਰ ਮੈਂ ਤੁਹਾਨੂੰ ਪਹਿਲੇ ਦੱਸ ਹੀ ਦਿੱਤਾ ਵੀ ਟੈਸਟ ਬੈਚ ਵਿੱਚ ਪੰਜਾਬ ਪੋਲਿਟਿਕਸ ਦਾ ਟੈਸਟ ਹੈ। ਹੁਣ ਤੁਸੀਂ USA ਦਾ ਟੈਸਟ ਕਰੋ। ਚਲੋ, ਸੰਯੁਕਤ ਰਾਜ ਦੇ ਸੰਵਿਧਾਨ ਨੂੰ ਕਿਸ ਸਾਲ ਪ੍ਰਮਾਣਿਤ ਕੀਤਾ ਗਿਆ? ਸੰਯੁਕਤ ਰਾਜ ਦੇ ਸੰਵਿਧਾਨ ਨੂੰ ਕਿਸ ਸਾਲ ਪ੍ਰਮਾਣਿਤ ਕੀਤਾ ਗਿਆ? ਕੁਐਸਚਨ ਨੰਬਰ ਫਸਟ ਦਾ ਸੰਯੁਕਤ ਰਾਜ ਦੇ ਸੰਵਿਧਾਨ ਨੂੰ ਕਿਸ ਸਾਲ ਪ੍ਰਮਾਣਿਤ ਕੀਤਾ ਗਿਆ? ਰਾਈਟ ਟਾਈਮ ਤੇ ਕਲਾਸ ਸਟਾਰਟ ਹੋਈ ਸੀ। ਫਸਟ ਦੀ ਬੀ ਆਪਸ਼ਨ ਬਿਲਕੁਲ ਸਹੀ, 1787। ਸੰਵਿਧਾਨ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਸੰਵਿਧਾਨ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਦੂਸਰੇ ਦਾ ਸੰਵਿਧਾਨ ਦੇ ਪਿਤਾਮਾ ਵਜੋਂ USA ਸੰਵਿਧਾਨ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਦੂਸਰੇ ਦੀ ਡੀ ਆਪਸ਼ਨ ਜੇਮਸ ਮੈਡੀਸਨ। ਤੀਸਰੇ ਦਾ ਕਿਹੜਾ ਦਸਤਾਵੇਜ਼ ਅਮਰੀਕੀ ਸੰਵਿਧਾਨ ਦੇ ਪੂਰਵਗਾਮੀ ਵਜੋਂ ਕੰਮ ਕਰਦਾ ਹੈ? ਤੀਸਰੇ ਦੀ ਸੀ ਆਪਸ਼ਨ ਬਿਲਕੁਲ ਸਹੀ, ਸੰਘ ਦੇ ਲੇਖ। ਸਤੰਬਰ 2021 ਤੱਕ ਅਮਰੀਕੀ ਸੰਵਿਧਾਨ ਵਿੱਚ ਕਿੰਨੀਆਂ ਸੋਧਾਂ ਹਨ? ਸਤੰਬਰ 2021 ਤੱਕ ਅਮਰੀਕਾ ਸੰਵਿਧਾਨ ਦੇ ਵਿੱਚ ਕਿੰਨੀਆਂ ਸੋਧਾਂ ਹਨ? 4 ਨੰਬਰ ਦਾ। ਤੀਸਰੇ ਦਾ ਸੀ ਆਪਸ਼ਨ। ਚੌਥੇ ਦਾ ਤੀਸਰੇ ਵਿੱਚ ਉਹਨੇ ਇਹ ਕਿਹਾ ਵੀ ਕਿਹੜਾ ਡਾਕੂਮੈਂਟ ਹੈ ਜਿਹੜਾ ਅਮਰੀਕਨ ਸੰਵਿਧਾਨ ਦਾ ਪੂਰਵਗਾਮੀ ਹੈ?
पहल है, मतलब फाइनल नहीं पूछया ने, पहल पूछी है। चौथे दा दूजी ऑप्शन 27 बिल्कुल सही। संविधान दियां पहलियां 10 सोधां किस तरह जानियां जांदियां हन? संविधान दियां पहलियां 10 सोधां किहड़े रूप दे विच जानियां जांदियां हन? पंजवें दा संविधान, पंजवें दा बच्चे दूसरी ऑप्शन अधिकारां दा बिल। संविधान दियां पहलियां 10 सोधां किस तरह जानियां जांदियां हन? दूसरी ऑप्शन अधिकारां दा बिल। 6 नंबर केड़ी सोध बोलण दी आजादी दी रखिया करदी है? छेवें दा केड़ी सोध बोलण दी आजादी दी रखिया करदी है? पहली ऑप्शन बिल्कुल पहली सोध। संविधान किस वाकंश दे नाल शुरू हुंदा है? सतवें दा सैवन दा क्वेश्चन नंबर 7 दा फर्स्ट ऑप्शन ਅਸੀਂ ਲੋਕ। प्रतिनिधि सदन ਦੇ ਵਿੱਚ ਸੀਟਾਂ ਦੀ ਵੰਡ ਨੂੰ ਨਿਰਧਾਰਿਤ ਕਰਨ ਲਈ ਕਿੰਨੀ ਵਾਰ ਅਮਰੀਕੀ ਜਨਗਣਨਾ ਕਰਵਾਈ ਜਾਂਦੀ ਹੈ? प्रतिनिधि सदन ਵਿੱਚ ਸੀਟਾਂ ਦੀ ਵੰਡ ਨੂੰ ਨਿਰਧਾਰਿਤ ਕਰਨ ਲਈ ਕਿੰਨੀ ਵਾਰ ਅਮਰੀਕੀ ਜਨਗਣਨਾ ਕਰਵਾਈ ਜਾਂਦੀ ਹੈ? ਜਨਗਣਨਾ ਕਿੰਨੇ ਸਾਲ ਬਾਅਦ ਹੁੰਦੀ ਹੈ? ਬਸ ਨਾਰਮਲੀ। 8ਵੇਂ ਦਾ सी ऑप्शन हर 10 साल बाद। ਸਰਕਾਰ ਦੀ ਕਿਹੜੀ ਸ਼ਾਖਾ ਕਾਨੂੰਨ ਬਣਾਉਣ ਦੇ ਲਈ ਜ਼ਿੰਮੇਵਾਰ ਹੈ? 9ਵੇਂ ਦਾ ਕਿਹੜਾ ਅੰਗ ਸਰਕਾਰ ਨੂੰ ਬਣਾਉਂਦਾ ਹੈ? ਸਰਕਾਰ ਦੀ ਕਿਹੜੀ ਸ਼ਾਖਾ ਸੋਰੀ ਕਾਨੂੰਨ ਨੂੰ ਬਣਾਉਂਦੀ ਹੈ? ਦੂਜੀ ਆਪਸ਼ਨ ਵਿਧਾਨਪਾਲਿਕਾ ਕਾਨੂੰਨ ਨੂੰ ਬਣਾਉਂਦੀ ਹੈ, ਕਾਰਜਪਾਲਿਕਾ ਲਾਗੂ ਕਰਦੀ ਹੈ, ਨਿਆਂਪਾਲਿਕਾ ਨਿਆਂ ਕਰਦੀ ਹੈ। ਅਮਰੀਕੀ ਸੈਨੇਟਰ ਵਜੋਂ ਸੇਵਾ ਕਰਨ ਲਈ ਘੱਟੋ ਘੱਟ ਉਮਰ ਦੀ ਲੋੜ ਕਿੰਨੀ ਹੁੰਦੀ ਹੈ? 10ਵੇਂ ਦਾ ਅਮਰੀਕੀ ਸੈਨੇਟਰ ਵਜੋਂ ਕੰਮ ਕਰਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ? 10ਵੇਂ ਦਾ 10ਵੇਂ ਦੀ ਚੌਥੀ ਆਪਸ਼ਨ 35 ਸਾਲ। 11 ਦਾ ਕਿਸ ਸੋਧ ਨੇ ਸੰਯੁਕਤ ਰਾਜ ਦੇ ਵਿੱਚ ਗੁਲਾਮੀ ਨੂੰ ਖਤਮ ਕਰ ਦਿੱਤਾ? ਕਿਹੜੀ ਸੋਧ ਨੇ ਸੰਯੁਕਤ ਰਾਜ ਦੇ ਵਿੱਚ ਗੁਲਾਮੀ ਨੂੰ ਖਤਮ ਕਰ ਦਿੱਤਾ? 11 ਦਾ 10ਵੇਂ ਦਾ ਡੀ ਆਪਸ਼ਨ। 11 ਦਾ ਦੂਜੀ ਆਪਸ਼ਨ 13ਵੀਂ ਸੋਧ। ਅਮਰੀਕਨ ਸੰਵਿਧਾਨ ਦੇ ਵਿੱਚ ਕੁੱਲ ਕਿੰਨੇ ਅਨੁਛੇਦ ਹਨ? 12 ਦਾ ਕਿੰਨੇ ਆਰਟੀਕਲ ਨੇ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ? ਚੈਪਟਰ ਦੇ ਸ਼ੁਰੂ ਵਿੱਚ ਹੀ ਦੱਸੇ ਸੀ। 12 ਦਾ ਬੱਚੇ ਦੂਜੀ ਆਪਸ਼ਨ 7। ਸੰਵਿਧਾਨ ਅਨੁਸਾਰ ਜੰਗ ਦਾ ਐਲਾਨ ਕਰਨ ਦਾ ਅਧਿਕਾਰ ਕਿਸ ਕੋਲ ਹੈ? ਤੇਰਾਂ ਦਾ ਜੰਗ ਦਾ ਐਲਾਨ ਕਰਨ ਦਾ ਅਧਿਕਾਰ ਕਿਸ ਕੋਲ ਹੈ? 13 ਦਾ ਦੂਜੀ ਆਪਸ਼ਨ ਕਾਂਗਰਸ। USA ਸੁਪਰੀਮ ਕੋਰਟ ਵਿੱਚ ਕਿੰਨੇ ਜੱਜ ਸੇਵਾ ਕਰਦੇ ਹਨ? 14 ਦਾ ਸੀ ਆਪਸ਼ਨ 9। USA ਸੁਪਰੀਮ ਕੋਰਟ ਦੇ ਵਿੱਚ ਕਿੰਨੇ ਜੱਜ ਸੇਵਾ ਕਰਦੇ ਹਨ? 9। ਇੱਕ ਅਮਰੀਕੀ ਸੈਨੇਟਰ ਦੇ ਲਈ ਇੱਕ ਮਿਆਦ ਦੀ ਲੰਬਾਈ ਕਿੰਨੀ ਹੁੰਦੀ ਹੈ?
15 ਦਾ ਸੀ ਆਪਸ਼ਨ 6 ਸਾਲ। ਕਿਹੜੀ ਸੋਧ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ? ਕਿਹੜੀ ਸੋਧ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ? 16 ਦਾ ਸੀ ਆਪਸ਼ਨ 19ਵੀਂ ਸੋਧ। ਦੂਜੀ ਸੋਧ ਕਿਸ ਚੀਜ਼ ਦੀ ਰੱਖਿਆ ਕਰਦੀ ਹੈ? ਸੈਕਿੰਡ ਅਮੈਂਡਮੈਂਟ ਕਿਹੜੀ ਚੀਜ਼ ਦੀ ਰੱਖਿਆ ਕਰਦੀ ਹੈ? 17 ਦਾ 17 ਦੀ ਪਹਿਲੀ ਆਪਸ਼ਨ ਹਥਿਆਰ ਚੁੱਕਣ ਦਾ ਅਧਿਕਾਰ। ਬਹੁਤ ਅੱਛਾ। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦੇਸ਼ ਦਾ ਸਭ ਤੋਂ ਉੱਚਾ ਕਾਨੂੰਨ ਕੀ ਹੈ? ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦੇਸ਼ ਦਾ ਸਭ ਤੋਂ ਉੱਚਾ ਕਾਨੂੰਨ ਕੀ ਹੈ? 18 ਦਾ 18 ਦਾ ਸੀ ਆਪਸ਼ਨ ਸੰਵਿਧਾਨ। ਅਮਰੀਕੀ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਸੋਧਾਂ ਦਾ ਪ੍ਰਸਤਾਵ ਕੀਤਾ ਗਿਆ ਹੈ? 19 ਦਾ ਅਮਰੀਕੀ ਸੰਵਿਧਾਨ ਦੇ ਵਿੱਚ ਕੁੱਲ ਕਿੰਨੀਆਂ ਸੋਧਾਂ ਦਾ ਪ੍ਰਸਤਾਵ ਕੀਤਾ ਗਿਆ ਹੈ? ਦੂਜੀ ਆਪਸ਼ਨ। ਨੈਕਸਟ ਕੁਐਸਚਨ ਨੰਬਰ 20। ਕਿਹੜੀ ਸੋਧ ਨਿਰਪੱਖ ਅਤੇ ਤੇਜ਼ ਸੁਣਾਈ ਦੇ ਅਧਿਕਾਰ ਦੀ ਗਾਰੰਟੀ ਦਿੰਦੀ ਹੈ? ਕਿਹੜੀ ਸੋਧ ਨਿਰਪੱਖ ਅਤੇ ਤੇਜ਼ ਸੁਣਵਾਈ ਦੇ ਅਧਿਕਾਰ ਦੀ ਗਾਰੰਟੀ ਦਿੰਦੀ ਹੈ? 20ਵੇਂ ਦਾ ਦੂਜੀ ਆਪਸ਼ਨ 6ਵੀਂ ਸੋਧ। ਯੂਐਸਏ ਦੇ ਸੁਪਰੀਮ ਕੋਰਟ ਦਾ ਮੌਜੂਦਾ ਚੀਫ ਜਸਟਿਸ ਕੌਣ ਹੈ ਸਤੰਬਰ 2021 ਤੱਕ? 21 ਦਾ ਫਸਟ ਆਪਸ਼ਨ ਜੌਨ ਰੌਬਰਟਸ। ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਸੇਵਾ ਕਰਨ ਲਈ ਘੱਟੋ ਘੱਟ ਉਮਰ ਦੀ ਲੋੜ ਕਿੰਨੀ ਹੈ? 23 ਦਾ 21 ਦਾ ਪਹਿਲੀ ਆਪਸ਼ਨ। ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਸੇਵਾ ਕਰਨ ਲਈ ਘੱਟੋ ਘੱਟ ਉਮਰ ਦੀ ਲੋੜ ਕਿੰਨੀ ਹੈ? ਕਿੰਨੀ ਉਮਰ ਹੋਣੀ ਚਾਹੀਦੀ ਹੈ? 23 ਦਾ ਦੂਜੀ ਆਪਸ਼ਨ 35 ਸਾਲ। ਸਰਕਾਰ ਦੀ ਕਿਹੜੀ ਸ਼ਾਖਾ ਕੁਐਸਚਨ ਨੰਬਰ 24 ਸਰਕਾਰ ਦੀ ਕਿਹੜੀ ਸ਼ਾਖਾ ਕਾਨੂੰਨ ਦੀ ਵੇਖਿਆ ਕਰਦੀ ਹੈ ਤੇ ਯਕੀਨੀ ਬਣਾਉਂਦੀ ਹੈ ਕਿ ਉਹ ਸੰਵਿਧਾਨਿਕ ਹਨ? 24 ਦਾ ਤੀਜੀ ਆਪਸ਼ਨ ਨਿਆਇਕ ਸ਼ਾਖਾ। 25 ਦਾ ਕਾਂਗਰਸ ਦੁਆਰਾ ਪਾਸ ਕੀਤੇ ਗਏ ਕਾਨੂੰਨ ਨੂੰ ਵੀਟੋ ਕਰਨ ਦੀ ਸ਼ਕਤੀ ਕਿਸ ਕੋਲ ਹੈ? ਕਾਂਗਰਸ ਦੁਆਰਾ ਪਾਸ ਕੀਤੇ ਗਏ ਕਾਨੂੰਨ ਨੂੰ ਵੀਟੋ ਕਰਨ ਦੀ ਸ਼ਕਤੀ ਕਿਸ ਕੋਲ ਹੈ? 25 ਦਾ ਫਸਟ ਆਪਸ਼ਨ ਰਾਸ਼ਟਰਪਤੀ। ਕਿਹੜਾ ਸੋਧ ਨਾਗਰਿਕਾਂ ਨੂੰ ਬੇਰਹਿਮੀ ਅਤੇ ਅਸਧਾਰਨ ਸਜ਼ਾ ਤੋਂ ਬਚਾਉਂਦਾ ਹੈ? 26 ਦਾ ਕਿਹੜਾ ਸੋਧ ਨਾਗਰਿਕਾਂ ਨੂੰ ਬੇਰਹਿਮੀ ਅਤੇ ਅਸਧਾਰਨ ਸਜ਼ਾ ਤੋਂ ਬਚਾਉਂਦਾ ਹੈ? ਸੀ ਆਪਸ਼ਨ 8ਵੀਂ ਸੋਧ। ਇੱਕ ਰਾਸ਼ਟਰਪਤੀ ਵੱਧ ਤੋਂ ਵੱਧ ਕਿੰਨੀਆਂ ਮਿਆਦਾਂ ਦੀ ਸੇਵਾ ਕਰ ਸਕਦਾ ਹੈ? 27 ਦਾ ਦੂਜੀ ਆਪਸ਼ਨ। ਯੂਐਸਏ ਪ੍ਰਤੀਨਿਧੀ ਵਜੋਂ ਸੇਵਾ ਕਰਨ ਲਈ ਘੱਟੋ ਘੱਟ ਉਮਰ ਦੀ ਲੋੜ ਕਿੰਨੀ ਹੈ? ਯੂਐਸਏ ਪ੍ਰਤੀਨਿਧੀ ਵਜੋਂ ਸੇਵਾ ਕਰਨ ਲਈ ਘੱਟੋ ਘੱਟ ਉਮਰ ਦੀ ਲੋੜ ਕਿੰਨੀ ਹੈ? 28 ਦਾ
सी ऑप्शन 25 साल। अमरीकी फौज का कमांडर इन चीफ कौन है? 29 ਦਾ। अमरीकी फौज का कमांडर इन चीफ कौन है? 29 ਦਾ। सी ऑप्शन राष्ट्रपति ਕਿਹੜੀ ਸੋਧ ਸਿਵਲ ਕੇਸਾਂ ਦੇ ਵਿੱਚ ਜਿਊਰੀ ਦੇ ਦੁਆਰਾ ਮੁਕੱਦਮੇ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ? 30ਵੇਂ ਦਾ। ਕਿਹੜੀ ਸੋਧ ਸਿਵਲ ਕੇਸਾਂ ਦੇ ਵਿੱਚ ਜਿਊਰੀ ਦੁਆਰਾ ਮੁਕੱਦਮੇ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ? 30ਵੇਂ ਦੀ ਸੀ ਆਪਸ਼ਨ ਸੱਸੇ ਤੇ ਸਿਵਲ ਸੱਸੇ ਤੇ 7। ਅਮਰੀਕੀ ਸੈਨੇਟ ਦੇ ਵਿੱਚ ਕੁੱਲ ਕਿੰਨੇ ਸੈਨੇਟਰ ਹਨ? 31 ਦਾ। ਦੂਜੀ ਆਪਸ਼ਨ ਇੱਕ ਅਮਰੀਕੀ ਪ੍ਰਤੀਨਿਧੀ ਲਈ ਮਿਆਦ ਦੀ ਲੰਬਾਈ ਕੀ ਹੈ? ਇੱਕ ਅਮਰੀਕੀ ਪ੍ਰਤੀਨਿਧ ਲਈ ਮਿਆਦ ਦੀ ਲੰਬਾਈ ਕੀ ਹੈ? 32 ਦੀ ਪਹਿਲੀ ਆਪਸ਼ਨ 2 ਸਾਲ। ਸੰਵਿਧਾਨ ਦੀ ਪ੍ਰਸਤਾਵਨਾ ਦਾ ਉਦੇਸ਼ ਕੀ ਹੈ? 33 ਦਾ। ਚੌਥੀ ਆਪਸ਼ਨ ਸੰਵਿਧਾਨ ਦੇ ਟੀਚਿਆਂ ਦੀ ਰੂਪਰੇਖਾ ਬਣਾਉਣ ਦੇ ਲਈ। 34 ਦੂਜੇ ਦੇਸ਼ਾਂ ਨਾਲ ਸੰਧੀਆਂ ਨੂੰ ਪ੍ਰਵਾਨਗੀ ਦੇਣ ਦੀ ਸ਼ਕਤੀ ਕਿਸ ਕੋਲ ਹੈ? ਦੂਜੇ ਦੇਸ਼ਾਂ ਦੇ ਨਾਲ ਸੰਧੀਆਂ ਨੂੰ ਪ੍ਰਵਾਨਗੀ ਦੇਣ ਦੀ ਸ਼ਕਤੀ ਕਿਸ ਕੋਲ ਹੈ? 34 ਦਾ। ਸੀ ਆਪਸ਼ਨ ਸੈਨੇਟ। ਇੱਕ ਯੂਐਸਏ ਸੈਨੇਟਰ ਕਿੰਨੀਆਂ ਸ਼ਰਤਾਂ ਦੀ ਸੇਵਾ ਕਰ ਸਕਦਾ ਹੈ? 35 ਦਾ। ਕਿੰਨੀ ਵਾਰੀ ਸੇਵਾ ਦੀ ਭੂਮਿਕਾ ਨਿਭਾ ਸਕਦਾ ਹੈ? 35 ਦਾ। ਪੈਂਤੀ ਦੀ ਡੀ ਆਪਸ਼ਨ ਕੋਈ ਸੀਮਾ ਨਹੀਂ। ਕਿਹੜੀ ਸੋਧ ਨੇ ਮਨਾਹੀ ਸ਼ਰਾਬ ਤੇ ਪਾਬੰਦੀ ਨੂੰ ਰੱਦ ਕਰ ਦਿੱਤੀ? 36 ਦਾ। 35 ਦੀ ਚੌਥੀ ਆਪਸ਼ਨ 36 ਦਾ। ਕਿਹੜੀ ਸੋਧ ਦੀ ਮਨਾਹੀ ਨੇ ਸ਼ਰਾਬ ਤੇ ਪਾਬੰਦੀ ਨੂੰ ਰੱਦ ਕਰ ਦਿੱਤਾ? 36 ਦਾ। ਸੀ ਆਪਸ਼ਨ 21ਵੀਂ ਸੋਧ। ਪੰਜਵੀਂ ਸੋਧ ਕਿਸ ਦੇ ਵਿਰੁੱਧ ਰੱਖਿਆ ਕਰਦੀ ਹੈ? ਪੰਜਵੀਂ ਸੋਧ ਕਿਸ ਦੇ ਵਿਰੁੱਧ ਰੱਖਿਆ ਕਰਦੀ ਹੈ? 37ਵੇਂ ਦੀ ਪਹਿਲੀ ਆਪਸ਼ਨ ਸਵੈ ਦੋਸ਼। 38 ਦਾ। ਅਮਰੀਕੀ ਸੰਵਿਧਾਨ ਦੁਆਰਾ ਸਰਕਾਰ ਦੀਆਂ ਕਿੰਨੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਗਈਆਂ ਹਨ? 38 ਦਾ। ਸੀ ਆਪਸ਼ਨ ਕਿਹੜੀ ਸੋਧ ਇੱਕ ਤੇਜ਼ ਅਤੇ ਜਨਤਕ ਮੁਕੱਦਮੇ ਦੇ ਅਧਿਕਾਰ ਦੀ ਗਾਰੰਟੀ ਦਿੰਦੀ ਹੈ? 39 ਦਾ। ਛੇਵੀਂ ਸੋਧ। ਸੀ ਆਪਸ਼ਨ 39 ਦਾ। ਸੀ ਆਪਸ਼ਨ ਦੇਖੋ ਪਿੱਛੇ ਕੀ ਪਾਇਆ ਜਨਤਕ 6 ਦੀ ਫਾਰਮ ਦੇ ਨੂੰ ਪੁੱਠਾ ਕਰ ਦੋ ਤਾਂ ਛੀਕਾ ਬਣ ਜਾਏਗਾ। ਠੀਕ ਹੈ ਤੁਸੀਂ ਐਂ ਯਾਦ ਰੱਖ ਲੈਣਾ। ਅਮਰੀਕੀ ਸੰਵਿਧਾਨ ਨੂੰ ਸੋਧਣ ਦੀ ਪ੍ਰਕਿਰਿਆ ਕੀ ਹੈ?
ਜਿਵੇਂ ਸਿਵਲ ਕੇਸਾਂ ਵਾਲੇ ਤੇ ਕੀ ਸੀ, ਸੱਸੇ ਤੇ 7। ਅਮਰੀਕੀ ਸੰਵਿਧਾਨ ਨੂੰ ਸੋਧਣ ਦੀ ਪ੍ਰਕਿਰਿਆ ਕੀ ਹੈ? 40 ਦਾ 40 ਦੀ ਸੀ ਆਪਸ਼ਨ ਕਾਂਗਰਸ ਅਤੇ ਰਾਜਾਂ ਦੁਆਰਾ ਪ੍ਰਵਾਨਗੀ। 41 ਦਾ ਕਿਹੜੀ ਸੋਧ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਊਰੀ ਦੇ ਦੁਆਰਾ ਮੁਕੱਦਮੇ ਦੇ ਅਧਿਕਾਰ ਦੀ ਰੱਖਿਆ ਕਰਦੀ ਹੈ। 41 ਦਾ ਕਿਹੜੀ ਸੋਧ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਊਰੀ ਦੇ ਦੁਆਰਾ ਮੁਕੱਦਮੇ ਦੇ ਅਧਿਕਾਰ ਦੀ ਰੱਖਿਆ ਕਰਦੀ ਹੈ? ਸਿਵਲ ਕੇਸਾਂ ਦੇ ਵਿੱਚ 7 ਸੀ, ਇਹ ਅਪਰਾਧਿਕ ਮਾਮਲਿਆਂ ਦੇ ਵਿੱਚ 41 ਦਾ 600 ਦੂਜੀ ਆਪਸ਼ਨ। ਠੀਕ ਹੈ, ਸਿਵਲ ਸੀਗੇ, ਇਹ ਅਪਰਾਧਿਕ ਮਾਮਲੇ ਵਿੱਚ ਹੈ। 42 ਦਾ ਸੰਘੀ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣ ਦੇ ਲਈ ਘੱਟੋ ਘੱਟ ਉਮਰ ਦੀ ਕਿੰਨੀ ਲੋੜ ਹੈ? 42 ਦਾ ਦੂਜੀ ਆਪਸ਼ਨ 18 ਸਾਲ। ਸੈਨੇਟ ਦਾ ਪ੍ਰਧਾਨ ਕੌਣ ਹੁੰਦਾ ਹੈ ਅਤੇ ਲੋੜ ਪੈਣ ਤੇ ਟਾਈ ਬ੍ਰੇਕਿੰਗ ਵੋਟ ਪਾਉਂਦਾ ਹੈ? ਸੈਨੇਟ ਦਾ ਪ੍ਰਧਾਨ ਕੌਣ ਹੁੰਦਾ ਹੈ? 43 ਦਾ ਫਸਟ ਆਪਸ਼ਨ ਉਪ ਰਾਸ਼ਟਰਪਤੀ। 9ਵੀਂ ਸੋਧ ਦੀ ਕੀ ਸਥਿਤੀ ਕਰਦੀ ਹੈ? 9ਵੀਂ ਸੋਧ ਕੀ ਸਥਾਪਿਤ ਕਰਦੀ ਹੈ? 44 ਦਾ 9ਵੀਂ ਸੋਧ ਕੀ ਸਥਾਪਿਤ ਕਰਦੀ ਹੈ? 44 ਦੀ ਡੀ ਆਪਸ਼ਨ ਅਣਗਿਣਤ ਅਧਿਕਾਰ। ਕਿਹੜੀ ਸੋਧ ਇਹ ਯਕੀਨੀ ਬਣਾਉਂਦੀ ਹੈ? ਕਿਹੜੀ ਸੋਧ ਇਹ ਯਕੀਨੀ ਬਣਾਉਂਦੀ ਹੈ ਕਿ ਸਰਕਾਰ ਬਣਾਉਣ ਦੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸ਼ਾਂਤੀ ਦੇ ਸਮੇਂ ਦੌਰਾਨ ਨਿੱਜੀ ਘਰਾਂ ਵਿੱਚ ਸਿਪਾਹੀ ਕੁਆਟਰ ਨਹੀਂ ਕਰ ਸਕਦੀ? ਕਿਹੜੀ ਸੋਧ ਇਹ ਯਕੀਨੀ ਬਣਾਉਂਦੀ ਹੈ ਕਿ ਸਰਕਾਰ ਘਰ ਦੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸ਼ਾਂਤੀ ਦੇ ਸਮੇਂ ਦੇ ਦੌਰਾਨ ਨਿੱਜੀ ਘਰਾਂ ਦੇ ਵਿੱਚ ਸਿਪਾਹੀਆਂ ਨੂੰ ਕੁਆਟਰ ਨਹੀਂ ਬਣਾ, ਜਿਹੜੇ ਸਿਪਾਹੀ ਨੇ ਉਹ ਨਿੱਜੀ ਘਰਾਂ ਵਿੱਚ ਕੁਆਟਰ ਨਹੀਂ ਬਣਾ ਸਕਦੇ? 45 ਦਾ ਦੂਜੀ ਆਪਸ਼ਨ ਤੀਸਰੀ ਸੋਧ। ਸੁਪਰੀਮ ਕੋਰਟ ਦੇ ਜੱਜ ਸਮੇਤ ਸੰਘੀ ਜੱਜਾਂ ਨੂੰ ਨਿਯੁਕਤ ਕਰਨ ਦੀ ਸ਼ਕਤੀ ਕਿਸ ਕੋਲ ਹੈ? 46 ਦਾ ਪਹਿਲੀ ਆਪਸ਼ਨ ਰਾਸ਼ਟਰਪਤੀ ਦੇ ਕੋਲ। ਸਰਕਾਰ ਦੀ ਕਿਹੜੀ ਸ਼ਾਖਾ ਕਾਨੂੰਨ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ? ਲਾਗੂ ਕਰਨ ਅਤੇ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਹੈ? 1 ਆਪਸ਼ਨ 47 ਦਾ। 48 ਦਾ 10ਵੀਂ ਸੋਧ ਦਾ ਮਕਸਦ ਕੀ ਹੈ? 10ਵੀਂ ਸੋਧ ਦਾ ਮਕਸਦ ਕੀ ਹੈ? 48 ਦੀ ਤੀਜੀ ਆਪਸ਼ਨ ਰਾਜਾਂ ਅਤੇ ਲੋਕਾਂ ਲਈ ਸ਼ਕਤੀਆਂ ਦਾ ਰਾਖਵਾਂਕਰਨ। 49 ਨੰਬਰ ਕਿਹੜੀ ਸੋਧ ਸੰਘੀ ਸਿਵਲ ਕੇਸ ਦੇ ਵਿੱਚ ਜਿਊਰੀ ਦੇ ਦੁਆਰਾ ਮੁਕੱਦਮੇ ਦੀ ਅਧਿਕਾਰ ਦੀ ਗਰੰਟੀ ਦਿੰਦੀ ਹੈ? 49 ਦਾ ਦੂਜੀ ਆਪਸ਼ਨ। ਠੀਕ ਹੈ, ਸੱਸੇ ਤੇ ਸਿਵਲ, ਸੱਸੇ ਤੇ 7ਵੀਂ, ਜੇ ਅਪਰਾਧਿਕ ਆ ਜਾਂਦਾ ਫਿਰ 6ਵੀਂ। ਅਮਰੀਕੀ ਸੰਵਿਧਾਨ ਦੇ ਵਿੱਚ ਸੋਧਾਂ ਦਾ ਪ੍ਰਸਤਾਵ ਕਰਨ ਦੀ ਪ੍ਰਕਿਰਿਆ ਕੀ ਹੈ?
ਅਮਰੀਕੀ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਸੋਧ ਦਾ ਪ੍ਰਸਤਾਵ ਕਰਨ ਦਾ ਪ੍ਰੋਸੀਡਰ ਕੀ ਹੈ, ਪ੍ਰਕਿਰਿਆ ਕੀ ਹੈ, ਪ੍ਰੋਸੈਸ ਕੀ ਹੈ। 55 ਦਾ ਫਸਟ ਆਪਸ਼ਨ ਕਾਂਗਰਸ ਦੇ ਦੋਵੇਂ ਸਦਨਾਂ ਦੇ ਵਿੱਚ 2/3 ਵੋਟਾਂ ਜਾਂ 2/3 ਰਾਜ ਵਿਧਾਨ ਸਭਾਵਾਂ ਦੁਆਰਾ ਬੁਲਾਏ ਗਏ ਸੰਵਿਧਾਨਿਕ ਸੰਮੇਲਨ। ਠੀਕ ਹੈ, ਇੱਥੇ ਆ ਕੇ ਜਿਹੜਾ ਟੈਸਟ ਆਪਣਾ ਕੰਪਲੀਟ ਹੁੰਦਾ ਹੈ। ਕਿੰਨੇ ਮਾਰਕਸ ਆਏ ਆ ਮੈਨੂੰ ਜ਼ਰੂਰ ਦੱਸੋ।